Today we will discuss about chapter number 1, Environment of Geography of class 7th. So let's get started this chapter. Environment. Every organism is affected by many outside influences. जिन्ने भी organism is affected by many outside influences. मतलब कि उन्हों का जोड़ा अफैक्ट होया आ अफैक्टड होए आ ऑर्गेनिजम्स किहदे द्वारा अफैक्ट होए आ आउटसाइड इन्फ्लुएंसिस दे बाहर जिहड़े इफैक्ट्स आ उन्हां दे द्वारा इन्फ्लुएंसिस मीनिंग हुंदा है इफैक्ट उन्हां द्वारा जिहड़े ऑर्गेनिजम जिहड़े अफैक्ट होए आ these influences include soil, air, water, temperature, sunlight, wind and many other things. ਇਹਦੇ influences ਦੇ ਵਿੱਚ ਕੀ ਆਉਂਦਾ soil, air, water, temperature, sunlight, wind ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ influences ਦੇ ਵਿੱਚ ਆ ਜਾਂਦੀਆਂ ਇਹ influences ਜਿਹੜੇ ਆ commonly refer ਕਰਦੇ ਆ environmental conditions ਨੂੰ ਜਿਹੜਾ total of the environment condition acting upon an organism, a community or an object is known as environment. ਹੁਣ environment ਕੀ ਆ ਇਨਵਾਇਰਮੈਂਟ ਇੱਕ ਇੱਦਾਂ ਦੀ ਐਕਸਟਰਨਲ ਕੰਡੀਸ਼ਨ ਆ ਜਿੱਥੇ ਕਿ ਔਰਗੈਨਿਜ਼ਮ ਰਹਿੰਦੇ ਆ ਮਤਲਬ ਕਿ ਟੋਟਲ ਨੰਬਰ ਆਫ ਜਿੰਨੇ ਵੀ ਇਨਵਾਇਰਮੈਂਟਲ ਕੰਡੀਸ਼ਨਸ ਆ ਨਾ ਆਲ ਦਾ ਇਨਵਾਇਰਮੈਂਟਲ ਕੰਡੀਸ਼ਨਸ ਉਹ ਸਾਰੀਆਂ ਕਿੱਥੇ ਐਕਟ ਕਰਦੀਆਂ ਆ ਔਰਗੈਨਿਜ਼ਮ ਦੇ ਉੱਪਰ ਐਕਟ ਕਰਦੀਆਂ ਇੱਕ ਕਮਿਊਨਿਟੀ ਜਾਂ ਫਿਰ ਕਿਸੇ ਆਬਜੈਕਟ ਨੂੰ ਉਸ ਨੂੰ ਅਸੀਂ ਇਨਵਾਇਰਮੈਂਟ ਕਹਿੰਦੇ ਇਹਦੇ ਹੁਣ ਸਿੰਪਲ ਵਰਡਸ ਅਸੀਂ ਕੀ ਕਹਿ ਸਕਦੇ ਹਾਂ ਕਿ ਦ ਐਕਸਟਰਨਲ ਕੰਡੀਸ਼ਨ ਇਨ ਵਿਚ ਐਨ ਔਰਗੈਨਿਜ਼ਮ ਲਿਵਸ ਠੀਕ ਆ there are many different environments on earth ਹੁਣ earth ਤੇ ਵੀ ਬਹੁਤ ਸਾਰੇ different environments ਨੇ ਠੀਕ ਹੈ and then mountain environment on the of the Himalayas is very different from the environment of the Thar desert or the Daltic Sundarbans मतलब कि ਜਿਹੜੀ ਮਾਊਂਟੇਨ ਇਨਵਾਇਰਮੈਂਟ ਆ ਹਿਮਾਲਿਆਜ਼ ਦੀ ਉਹ ਡਿਫਰੈਂਟ ਆ ਇਨਵਾਇਰਮੈਂਟ ਥਾਰ ਡੈਜ਼ਰਟ ਅਤੇ ਡੈਲਟਿਕ ਸੁੰਦਰਬਨਸ ਦੇ ਇਨਵਾਇਰਮੈਂਟ ਤੋਂ ਡਿਫਰੈਂਟ ਆ ਉਸ ਤੋਂ ਬਾਅਦ ਆਉਂਦੇ ਡਿਮੈਂਸ਼ਨਸ ਆਫ ਇਨਵਾਇਰਮੈਂਟ ਡਿਮੈਂਸ਼ਨਸ ਦਾ ਮੀਨਿੰਗ ਹੁੰਦਾ ਲਿਮੀਟੇਸ਼ਨਸ ਉਹਦੀਆਂ ਕਿਹੜੀਆਂ ਆ ਇਨਵਾਇਰਮੈਂਟ ਇਜ਼ ਦ ਕੰਬੀਨੇਸ਼ਨ ਆਫ ਨੈਚੁਰਲ ਐਂਡ ਹਿਊਮਨ ਮੇਡ ਫਿਨੋਮੀਨਾ ਇਨਵਾਇਰਮੈਂਟ ਜਿਹੜਾ ਆ ਨੈਚੁਰਲ ਅਤੇ ਹਿਊਮਨ ਮੇਡ ਫਿਨੋਮੀਨਾ ਦਾ ਕੰਬਾਈਨੇਸ਼ਨ ਆ ਫਿਨੋਮੀਨਾ ਹੁੰਦਾ ਮਿਰੈਕਲ ਕੋਈ ਚਮਤਕਾਰ ਜਦੋਂ ਹੋ ਜਾਂਦਾ ਉਹਨੂੰ ਅਸੀਂ ਫਿਨੋਮੀਨਾ ਕਹਿੰਦੇ ਮਿਰੇਕਲ ਇਹਦਾ ਮੀਨਿੰਗ ਹੁੰਦਾ ਮਿਰਾਈਕਲ First point again, the natural environment comprises all the biotic as well as abiotic components of an environment. Abiotic includes all those components which are composed of non-living things like the atmosphere, the lithosphere and the hydrosphere. All the continents and islands make up the lithosphere's gases and water vapors in the air constitute the atmosphere and oceans, seas, rivers, lakes etc. comprise the hydrosphere. ਹੁਣ ਫਸਟ ਪੁਆਇੰਟ ਦਾ ਮੀਨਿੰਗ ਕੀ ਹੈ ਜਿਹੜੇ ਨੈਚੁਰਲ ਇਨਵਾਇਰਮੈਂਟ ਆ ਕੰਪਰਾਈਜ਼ਸ ਮਤਲਬ ਹੁੰਦਾ ਉਹਦੇ ਰਿਲੇਟਡ ਜਿੰਨੇ ਵੀ ਬਾਇਓਟਿਕ ਆ ਅਤੇ ਜਿੰਨੇ ਵੀ ਏਬਾਇਓਟਿਕ ਕੰਪੋਨੈਂਟਸ ਆ ਬਾਇਓਟਿਕ ਹੁੰਦਾ ਆ ਕਿ ਲਿਵਿੰਗ ਥਿੰਗਸ ਆ ਬਾਇਓਟਿਕ ਇਜ਼ ਨੋਨ ਐਜ਼ ਲਿਵਿੰਗ ਥਿੰਗਸ ਐਂਡ ਅਬਾਇਓਟਿਕ ਇਜ਼ ਨੋਨ ਐਜ਼ ਨੋਨ ਲਿਵਿੰਗ ਥਿੰਗਸ ਕੰਪੋਨੈਂਟਸ ਹੁੰਦੇ ਐਲੀਮੈਂਟਸ ਜਿਹੜੇ ਡਿਫਰੈਂਟ ਐਲੀਮੈਂਟਸ ਹੁੰਦੇ ਆ ਮਤਲਬ ਕਿ ਨੈਚੁਰਲ ਇਨਵਾਇਰਮੈਂਟ ਕਿਹਦੇ ਰਿਲੇਟਡ ਆ ਬਾਇਓਟਿਕ ਅਤੇ ਅਬਾਇਓਟਿਕ ਕੰਪੋਨੈਂਟਸ ਦੇ ਇਨਵਾਇਰਮੈਂਟ ਦੇ ਏਬਾਇਓਟਿਕ ਦੇ ਵਿੱਚ ਕੀ ਹੁੰਦੇ ਸਾਰੇ ਕੰਪੋਨੈਂਟਸ ਜਿਹੜੇ ਕਿ ਨੋਨ ਲਿਵਿੰਗ ਥਿੰਗਸ ਦੇ ਦੁਆਰਾ ਕੰਪੋਜ਼ ਕੀਤੇ ਜਾਂਦੇ ਜਿੱਦਾਂ ਲਿਥੋਸਪੇਅਰ ਐਟਮੋਸਫੇਅਰ ਅਤੇ ਹਾਈਡਰੋਸਪੇਅਰ ਆ ਜਾਂਦੇ ਜਿੰਨੇ ਵੀ ਕੌਂਟੀਨੈਂਟਸ ਆ ਅਤੇ ਆਈਲੈਂਡਸ ਆ ਉਹ ਲਿਥੋਸਪੇਅਰ ਤੋਂ ਬਣੇ ਹੋਏ ਆ ਗੈਸਿਸ ਐਂਡ ਵੇਪਰਸ ਜਿਹੜੇ ਏਅਰ ਦੇ ਵਿੱਚ ਕੰਸਟੀਟਿਊਟ ਕਰਦੇ ਆ ਏਅਰ ਕੰਸਟੀਟਿਊਟ ਐਂਡ ਦਾ ਐਟਮੋਸਫੇਅਰ ਅਤੇ ਓਸ਼ਨਸ ਰਿਵਰਸ ਲੇਕਸ ਸੀਜ਼ ਇਹ ਸਾਰੀਆਂ ਕੰਪਰਾਈਜ਼ ਕਰਦੇ ਆ ਹਾਈਡਰੋਸਪੇਅਰ ਨੂੰ ਉਸ ਤੋਂ ਬਾਅਦ ਆ ਜਾਂਦੇ ਆ ਨਿਊ ਵਰਡਸ ਦੋ ਨਿਊ ਵਰਡਸ ਆ ਇੱਥੇ ਗਿਵਨ ਇਨਵਾਇਰਮੈਂਟ ਅਤੇ ਫਿਜ਼ੀਕਲ ਇਨਵਾਇਰਮੈਂਟ ਕੀ ਹੁੰਦਾ ਐਕਸਟਰਨਲ ਕੰਡੀਸ਼ਨ ਉਹ ਐਕਸਟਰਨਲ ਕੰਡੀਸ਼ਨ ਜਿੱਥੇ ਕਿ ਔਰਗੈਨਿਜ਼ਮ ਜਿਹੜੇ ਆ ਰਹਿੰਦੇ ਆ ਅਤੇ ਫਿਜ਼ੀਕਲ ਇਨਵਾਇਰਮੈਂਟ ਕੀ ਹੁੰਦਾ ਆ all the abiotic components of environment like the lithosphere, the atmosphere and the hydrosphere ਉਹ ਸਾਰੇ ਏਬਾਇਓਟਿਕ ਕੰਪੋਨੈਂਟਸ ਆਫ ਇਨਵਾਇਰਮੈਂਟ ਜਿੱਦਾਂ ਕਿ ਲਿਥੋਸਪੇਅਰ ਹੋ ਗਿਆ ਐਟਮੋਸਫੇਅਰ ਹੋ ਗਿਆ ਅਤੇ ਹਾਈਡਰੋਸਪੇਅਰ ਹੋ ਗਿਆ ਨਾਓ ਮੂਵ ਔਨ ਦ ਨੈਕਸਟ ਪੇਜ ਨੈਕਸਟ ਪੇਜ ਦੇ ਵਿੱਚ ਕੀ ਆ
ਕੰਪੋਨੈਂਟਸ ਆਫ ਇਨਵਾਇਰਮੈਂਟ ਹੈ ਨਾ, ਇਨਵਾਇਰਮੈਂਟ ਦੇ ਕਿਹੜੇ ਕਿਹੜੇ ਕੰਪੋਨੈਂਟਸ ਆ। ਹੁਣ ਫਿਗਰ ਦੇ ਉੱਤੇ ਆ ਜਾਓ, ਵੇਟ ਫॉर ਫਿਊ ਸੈਕਿੰਡ। ਹੁਣ ਫਿਗਰ ਦੇ ਵਿੱਚ ਕੀ ਆ, ਕੰਪੋਨੈਂਟ ਆਫ ਇਨਵਾਇਰਮੈਂਟ ਥ੍ਰੀ ਕੰਪੋਨੈਂਟ ਆਫ ਇਨਵਾਇਰਮੈਂਟ ਜਿਹੜੇ ਆ 3 ਬੇਸਿਸ 'ਤੇ ਜਿਹੜੇ ਡਿਵਾਈਡ ਹੋਏ ਆ, ਨੈਚੁਰਲ, ਹਿਊਮਨ ਅਤੇ ਹਿਊਮਨ ਮੇਡ। ਠੀਕ ਆ। ਹੁਣ ਨੈਚੁਰਲ ਦੇ ਵਿੱਚ ਕੀ ਆ ਜਾਂਦਾ, ਏਅਰ, ਏਅਰ ਨੂੰ ਅਸੀਂ ਐਟਮੋਸਫੇਅਰ ਕਹਿੰਦੇ ਆ। ਦੇਖੋ ਨੈਚੁਰਲ ਵਿੱਚ ਆ ਜਾਂਦਾ ਏਅਰ, ਵਾਟਰ, ਲੈਂਡ, ਲਿਵਿੰਗ ਥਿੰਗਸ। ਏਅਰ, ਜਿੱਦਾਂ ਏਅਰ ਨੂੰ ਅਸੀਂ ਐਟਮੋਸਫੇਅਰ, ਐਟਮੋਸਫੇਅਰ ਵਿੱਚ ਏਅਰ ਹੁੰਦੀ ਆ, ਹਾਈਡਰੋਸਫੇਅਰ 'ਚ ਵਾਟਰ ਹੁੰਦਾ, ਲਿਥੋਸਫੇਅਰ ਲੈਂਡ ਹੁੰਦੀ ਆ, ਬਾਇਓਸਫੇਅਰ ਲਿਵਿੰਗ ਥਿੰਗਸ ਹੁੰਦੀ। ਉਸ ਤੋਂ ਬਾਅਦ ਆ ਜਾਂਦੀ ਹਿਊਮਨ। ਹਿਊਮਨ ਵਿੱਚ ਕੀ ਹੁੰਦੇ, ਇੰਡੀਵਿਜੂਅਲਸ ਹੋ ਗਏ, ਫੈਮਿਲੀ ਹੋ ਗਈ, ਕਮਿਊਨਿਟੀ, ਰਿਲੀਜਨ, ਐਜੂਕੇਸ਼ਨ, ਇਕਨੋਮਿਕ ਅਤੇ ਪੋਲੀਟੀਕਲ ਸਿਚੁਏਸ਼ਨ। ਉਸ ਤੋਂ ਬਾਅਦ ਆ ਜਾਂਦੀ ਹਿਊਮਨ ਮੇਡ। ਅਤੇ ਹਿਊਮਨ ਮੇਡ ਦੇ ਵਿੱਚ ਕੀ ਕੀ, ਹਿਊਮਨ ਦੁਆਰਾ ਕਿਹੜੀਆਂ ਕਿਹੜੀਆਂ ਚੀਜ਼ਾਂ ਬਣਾਈਆਂ ਗਈਆਂ, ਬਿਲਡਿੰਗਸ, ਪਾਰਕਸ, ਬ੍ਰਿਜਿਸ, ਰੋਡਸ, ਇੰਡਸਟਰੀਜ਼ ਅਤੇ ਮੋਨੂਮੈਂਟਸ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਹਿਊਮਨ ਮੇਡ ਆ। ਕੰਪੋਨੈਂਟਸ ਆਫ ਇਨਵਾਇਰਮੈਂਟ ਦੇ ਵਿੱਚ ਕੀ ਹੁੰਦਾ, ਨੈਚੁਰਲੀ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਅਤੇ ਜਿਹੜੀਆਂ ਹਿਊਮਨ ਦੁਆਰਾ ਬਣੀਆਂ ਹੋਈਆਂ ਅਤੇ ਜਿੱਥੇ ਹਿਊਮਨ ਹੁੰਦੇ ਆ। 3 ਤਰ੍ਹਾਂ ਦੇ ਕੰਪੋਨੈਂਟ ਹੁੰਦੇ ਆ ਇਹ ਇਨਵਾਇਰਮੈਂਟ ਦੇ। ਹੁਣ ਅੱਗੇ ਕੀ ਆ, all these components are abiotic but they support all form of life on earth। ਹੁਣ ਜਿੰਨੇ ਵੀ ਸਾਰੇ ਹੈਗੇ ਨਾ ਕੰਪੋਨੈਂਟਸ, ਇਹ ਸਾਰੇ ਏਬਾਇਓਟਿਕ ਆ। ਠੀਕ ਆ। ਪਰ ਇਹ ਸਪੋਰਟ ਕਰਦੇ ਆ, ਹਰੇਕ ਤਰ੍ਹਾਂ ਦੀ ਫੋਰਮ ਨੂੰ ਸਪੋਰਟ ਕਰਦੇ ਆ, ਲਾਈਫ ਦੀ ਹਰੇਕ ਕੋਈ ਵੀ ਫੋਰਮ ਆ ਜਾਵੇ ਉਹਨੂੰ ਸਪੋਰਟ ਕਰਦੇ ਅਰਥ ਦੇ ਉੱਪਰ। Lithosphere provide the soil and mineral. Atmosphere provide essential gases and is responsible for all weather phenomena. And hydrosphere provide all water on the earth and is the source of humidity present in air and all life forms. ਹੁਣ ਜਿਹੜਾ ਲਿਥੋਸਫੀਅਰ ਹੈ, ਲਿਥੋਸਫੀਅਰ ਦੇ ਵਿੱਚ ਕੀ ਆ ਜਾਂਦਾ ਆ, ਲਿਥੋਸਫੀਅਰ ਜਿਹੜਾ ਆ ਪ੍ਰੋਵਾਈਡ ਕਰਦਾ ਸੋਇਲ ਨੂੰ ਅਤੇ ਮਿਨਰਲਸ ਨੂੰ। ਲਿਥੋਸਫੀਅਰ ਜਿਹੜਾ ਲੈਂਡ ਹੁੰਦਾ ਆ, ਲਿਥੋਸਫੀਅਰ ਦਾ ਮੀਨਿੰਗ ਤਾਂ ਲੈਂਡ ਹੁੰਦਾ ਹੈ, ਬਟ ਕੀ ਪ੍ਰੋਵਾਈਡ ਕੀ ਕਰਦਾ, ਸੋਇਲ ਅਤੇ ਮਿਨਰਲਸ ਨੂੰ ਪ੍ਰੋਵਾਈਡ ਕਰਦਾ। ਐਟਮੋਸਫੀਅਰ ਏਅਰ ਹੁੰਦੀ ਆ, ਕਿ ਜਿੱਦਾਂ ਏਅਰ ਦੇ ਵਿੱਚ ਹੁਣ ਕੀ ਪ੍ਰੈਜੈਂਟ ਹੋ, ਕੀ ਪ੍ਰੋਵਾਈਡ ਕਰਦੀ ਹੈ ਐਟਮੋਸਫੀਅਰ, ਅਸੈਂਸ਼ੀਅਲ ਗੈਸਿਸ ਹੋ ਗਈ, ਅਤੇ ਇਹ ਰਿਸਪੋਂਸੀਬਲ ਆ ਵੈਦਰ ਫਿਨੋਮੀਨਾ ਲਈ। ਅਤੇ ਹਾਈਡਰੋਸਫੀਅਰ ਪ੍ਰੋਵਾਈਡ ਕਰਦਾ ਵਾਟਰ, ਅਰਥ ਨੂੰ ਵਾਟਰ ਪ੍ਰੋਵਾਈਡ ਕਰਦਾ, ਅਤੇ ਇੱਕ ਸੋਰਸ ਆ ਜਿੰਨੀਆਂ ਵੀ ਹਿਊਮਿਡਿਟੀਜ਼ ਆ ਏਅਰ ਅਤੇ ਏਅਰ ਵਿੱਚ ਪ੍ਰੈਜੈਂਟ ਆ, ਜਾਂ ਫਿਰ ਜਿੰਨੀਆਂ ਵੀ ਲਾਈਫ ਫੋਰਮਸ ਵਿੱਚ ਪ੍ਰੈਜੈਂਟ ਆ ਹਿਊਮਿਡਿਟੀ, ਉਹਦਾ ਇੱਕ ਸੋਰਸ ਆ ਹਾਈਡਰੋਸਫੀਅਰ। ਠੀਕ ਆ। ਸੈਕਿੰਡ ਪੁਆਇੰਟ ਦੇ ਵਿੱਚ ਕੀ ਆ, ਦ ਬਾਇਓਟਿਕ ਕੰਪੋਨੈਂਟਸ ਇਨਕਲੂਡ ਲਿਵਿੰਗ ਬੀਇੰਗਸ like microorganisms, plants, animals and including man. Among these the plants are the most important because they produce all the matter that is used by microorganism, plant themselves and animals including man। ਜਿਹੜੇ ਵੀ ਬਾਇਓਟਿਕ ਕੰਪੋਨੈਂਟਸ ਹੁੰਦੇ ਜੋ ਕਿ ਇਨਕਲੂਡ ਕਰਦੇ ਲਿਵਿੰਗ ਬੀਇੰਗਸ ਨੂੰ, ਜਿੱਦਾਂ ਕਿ ਮਾਈਕਰੋ ਆਰਗੈਨਿਜ਼ਮ ਹੋ ਗਏ, ਪਲਾਂਟਸ ਹੋ ਗਈਆਂ, ਇਨਕਲੂਡਿੰਗ ਮੈਨ ਵੀ। ਇਹ ਜਿੰਨੇ ਵੀ ਪਲਾਂਟਸ ਆ, ਅਮੰਗ ਦੀਸ ਪਲਾਂਟਸ ਜਿਹੜੇ ਹੈਗੇ ਆ ਮੋਸਟ ਇੰਪੋਰਟੈਂਟ ਆ। ਕਿਉਂ ਮੋਸਟ ਇੰਪੋਰਟੈਂਟ ਆ, ਕਿਉਂਕਿ ਪ੍ਰੋਡਿਊਸ ਕਰਦੇ ਮੈਟਰ ਨੂੰ, ਜਿੰਨੇ ਵੀ ਮੈਟਰ ਆ ਸਾਰਾ ਪ੍ਰੋਡਿਊਸ ਕਰਦੇ ਆ, ਜਿਹੜਾ ਕਿ ਯੂਜ਼ ਕੀਤਾ ਜਾਂਦਾ ਮਾਈਕਰੋ ਆਰਗੈਨਿਜ਼ਮਸ, ਐਨੀਮਲਸ, ਪਲਾਂਟਸ ਇਨਕਲੂਡਿੰਗ ਮੈਨ, ਇਹ ਸਾਰੇ ਇਹਨਾਂ ਨੂੰ ਯੂਜ਼ ਕਰਦੇ ਆ। ਦੈਟਸ ਵਾਈ ਇੰਪੋਰਟੈਂਟ ਆ ਇਹ। ਠੀਕ ਆ। ਪਲਾਂਟਸ ਜਿਹੜੇ ਇੰਪੋਰਟੈਂਟ। ਉਸ ਤੋਂ ਬਾਅਦ ਆ ਜਾਂਦੇ ਆ, ਉਸ ਤੋਂ ਬਾਅਦ ਇੱਥੇ ਹੁਣ abiotic component ਤੇ natural environment ਆ। abiotic components ਕਿਹੜੇ ਹੁੰਦੇ ਆ, all those components which are composed of living things are called abiotic components। ਮੈਂ ਪਹਿਲਾਂ ਵੀ ਦੱਸਿਆ ਕਿ abiotic components ਉਹ components ਹੁੰਦੇ ਆ ਜਿਨ੍ਹਾਂ ਦੇ ਵਿੱਚ non living things ਹੁੰਦੀਆਂ ਆ। ਅਤੇ natural environment ਕੀ ਆ, natural environment comprise ਕਰਦਾ ਆ living beings ਨੂੰ, ਜਿੱਦਾਂ ਮਾਈਕਰੋ ਆਰਗੈਨਿਜ਼ਮ ਹੋ ਗਿਆ, ਪਲਾਂਟਸ ਹੋ ਗਏ, ਐਨੀਮਲਸ ਇਨਕਲੂਡਿੰਗ ਮੈਨ। ਨੈਚੁਰਲ ਇਨਵਾਇਰਮੈਂਟ ਕੀ ਹੁੰਦਾ, ਇੱਕ ਇੱਦਾਂ ਦਾ ਇਨਵਾਇਰਮੈਂਟ, ਇੱਕ ਇੱਦਾਂ ਦਾ ਨੈਚੁਰਲੀ ਇਨਵਾਇਰਮੈਂਟ ਹੁੰਦਾ ਜਿਹਦੇ ਵਿੱਚ ਕੀ ਕੰਪਰਾਈਜ਼ਸ ਹੁੰਦੇ ਰਿਲੇਟਡ, ਕਿਹਦੇ ਕੰਪਰਾਈਜ਼ਸ ਮੀਨਸ ਹੁੰਦਾ ਰਿਲੇਟਡ। ਠੀਕ ਆ। ਲਿਵਿੰਗ ਬੀਇੰਗਸ ਹੋ ਗਏ, ਲਿਵਿੰਗ ਬੀਇੰਗਸ ਦੀ ਤਰ੍ਹਾਂ ਹੈ ਨਾ, ਜਿੱਦਾਂ ਕਿ ਮਾਈਕਰੋ ਆਰਗੈਨਿਜ਼ਮਸ ਹੋ ਗਿਆ, ਪਲਾਂਟਸ ਹੋ ਗਿਆ ਐਂਡ ਇਨਕਲੂਡਿੰਗ ਮੈਨ। ਹੁਣ ਬਾਕੀ ਦਾ ਚੈਪਟਰ ਜਿਹੜਾ ਅਸੀਂ ਨੈਕਸਟ ਪੁਆਇੰਟ ਹੈਗਾ ਇਹਦਾ ਹਿਊਮਨ ਇਨਵਾਇਰਮੈਂਟ। ਨੈਕਸਟ ਪੁਆਇੰਟ ਅਸੀਂ ਜਿਹੜਾ ਆ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕਸ ਫॉर ਲਿਸਨਿੰਗ। Please subscribe this channel and like the video if you understand.